ਦੋਸਤੋ, ਸਾਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਪੁੰਨ ਕਰਨ ਵਾਲਿਆਂ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਤੇ ਪਾਪੀ ਤੇ ਨੀਚ ਲੋਕਾਂ ਨੂੰ ਨਰਕ ਵਿੱਚ ਜਾਣਾ ਪੈਂਦਾ ਹੈ। ਪਰ ਇੱਥੇ ਤੁਸੀਂ ਗਲਤ ਹੋ। ਇਸ ਕਥਾ ਤੋਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਸਵਰਗ ਵਿੱਚ ਜਾਣ ਦਾ ਅਸਲੀ ਹੱਕਦਾਰ ਕੌਣ ਹੈ ਤੇ ਉਹ ਕਿਹੜੇ ਕਰਮ ਹੈ ਜਿਹਦੇ ਨਾਲ ਤੁਹਾਡੇ ਸਾਰੇ ਕਸ਼ਟ ਤੇ ਪਾਪ ਖਤਮ ਹੋ ਜਾਂਦੇ ਹਨ। ਇੱਕ ਵਾਰ ਦੀ ਗੱਲ ਹੈ, ਧਰਤੀ ਲੋਕ ਤੇ ਇੱਕੋ ਟਾਈਮ ਹੀ 4 ਬੰਦਿਆਂ ਦੀ ਮੌਤ ਹੋ ਗਈ। ਉਹ ਚਾਰੋਂ ਲੋਕ ਅਲੱਗ-ਅਲੱਗ ਪ੍ਰਦੇਸ਼ ਦੇ ਸੀ ਤੇ ਅਲੱਗ-ਅਲੱਗ ਵਿਚਾਰ ਸੀ ਉਹਨਾਂ ਦੇ। ਇਹ ਸਿਰਫ ਰੱਬ ਦਾ ਸੰਯੋਗ ਹੀ ਸੀ ਕਿ ਚਾਰੋਂ ਦਾ ਅੰਤ ਇੱਕੋ ਟਾਈਮ ਤੇ ਹੋ ਗਿਆ। ਇੱਕੋ ਟਾਈਮ ਤੇ ਯਮਦੂਤ ਉਹਨਾਂ ਚਾਰਾਂ ਨੂੰ ਲੈਣ ਆਏ ਸੀ। ਮਰਨ ਵਾਲੇ ਇਨਸਾਨਾਂ ਦੇ ਵਿੱਚ ਇੱਕ ਤਾਂ ਬਹੁਤ ਧਨੀ ਵਪਾਰੀ ਸੀ, ਦੂਜਾ ਇੱਕ ਬਹੁਤ ਪੂਜਾ ਪਾਠ ਕਰਨ ਵਾਲਾ ਬੰਦਾ ਸੀ, ਤੀਜਾ ਇੱਕ ਬਹੁਤ ਵੱਡੇ ਦੇਸ਼ ਦਾ ਰਾਜਾ ਤੇ ਚੌਥਾ ਇੱਕ ਬਹੁਤ ਗਰੀਬ ਮਜ਼ਦੂਰ ਸੀ ਜੋ ਦਿਨ ਭਰ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਉਹਨਾਂ ਚਾਰਾਂ ਦੀ ਆਤਮਾ ਨੂੰ ਲੈ ਕੇ ਯਮਦੂਤ ਧਰਮਰਾਜ ਕੋਲ ਹਾਜ਼ਰ ਹੋ ਜਾਂਦੇ ਹਨ। ਜਦ ਉਹ ਚਾਰੋਂ ਧਰਮਰਾਜ ਦੇ ਸਾਹਮਣੇ ਖੜੇ ਸੀ ਤੇ ਉਹ ਚਾਰੋਂ ਆ ਸੋਚ ਰਹੇ ਸੀ ਕਿ ਕੌਣ ਨਰਕ ਵਿੱਚ ਜਾਏਗਾ ਤੇ ਕੌਣ ਸਵਰਗ ਵਿੱਚ ਜਾਏਗਾ। ਹਜੇ ਧਰਮਰਾਜ ਆਪਣੇ ਆਸਣ ਤੇ ਬੈਠੇ ਨਹੀਂ ਸੀ। ਉਸ ਤੋਂ ਪਹਿਲਾਂ ਉਹ ਚਾਰੋਂ ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਕਹਿਣ ਲੱਗੇ ਕਿ ਸਵਰਗ ਤਾਂ ਸਾਨੂੰ ਹੀ ਮਿਲੇਗਾ। ਸਭ ਤੋਂ ਪਹਿਲਾਂ ਰਾਜਾ ਕਹਿਣ ਲੱਗਾ ਕਿ ਮੈਨੂੰ ਤਾਂ ਪੱਕਾ ਧਰਮਰਾਜ ਸਵਰਗ ਦੇ ਵਿੱਚ ਹੀ ਭੇਜ ਦੇਣਗੇ, ਕਿਉਂਕਿ ਮੈਂ ਇੱਕ ਬਹੁਤ ਅੱਛਾ ਤੇ ਮਸ਼ਹੂਰ ਰਾਜਾ। ਮੈਂ ਆਪਣੇ ਬਹੁਤ ਹੀ ਸਾਰੇ ਅੱਛੇ ਕਰਮਾਂ ਨਾਲ ਧਰਤੀ ਲੋਕ ਤੇ ਬਹੁਤ ਨਾਮ ਕਮਾਇਆ। ਮੇਰੀ ਸਾਰੀ ਹੀ ਪ੍ਰਜਾ ਮੇਰੇ ਅੱਛੇ ਕਰਮਾਂ ਦੀ ਚਰਚਾ ਕਰਦੀ ਹੈ। ਕਦੇ ਵੀ ਕੋਈ ਮੇਰੇ ਦੁਆਰ ਤੋਂ ਖਾਲੀ ਨਹੀਂ ਗਿਆ। ਜਿਹੜਾ ਵੀ ਮੇਰੇ ਦਰ ਤੇ ਆਇਆ ਮੈਂ ਉਹਨੂੰ ਇੰਨਾ ਦਿੱਤਾ ਕਿ ਸਾਰੀ ਜ਼ਿੰਦਗੀ ਤੱਕ ਉਹ ਮੇਰਾ ਨਾਮ ਨਹੀਂ ਭੁੱਲ ਪਾਇਆ। ਮੇਰੀ ਪ੍ਰਜਾ ਮੇਰਾ ਨਾਮ ਰੱਬ ਵਾਂਗ ਜਪਦੀ ਹੈ। ਮੇਰੇ ਦਿੱਤੇ ਹੋਏ ਦਾਨ ਨਾਲ ਲੱਖਾਂ ਹੀ ਲੋਕਾਂ ਨੇ ਰੋਟੀ ਖਾਈ ਤੇ ਗਰੀਬ ਲੋਕਾਂ ਨੂੰ ਘਰ ਵੀ ਬਣਾ ਕੇ ਦਿੱਤੇ। ਇਸ ਲਈ ਮੇਰੇ ਸਾਰੇ ਹੀ ਕਰਮਾਂ ਨੂੰ ਵੇਖਦੇ ਹੋਏ ਧਰਮਰਾਜ ਮੈਨੂੰ ਸਵਰਗ ਹੀ ਭੇਜਣਗੇ। ਦੋਸਤੋ, ਰਾਜਾ ਦੀ ਗੱਲ ਸੁਣ ਕੇ ਉਹ ਧਨੀ ਵਪਾਰੀ ਕਹਿਣ ਲੱਗਾ, ਮੈਂ ਤਾਂ ਧਰਤੀ ਤੇ ਰਹਿ ਕੇ ਬਹੁਤ ਧਨ ਕਮਾਇਆ ਤੇ ਮੈਂ ਉਹ ਧਨ ਨਾਲ ਲੱਖਾਂ ਹੀ ਲੋਕਾਂ ਦੀ ਸਹਾਇਤਾ ਕੀਤੀ ਹੈ, ਬਹੁਤ ਲੋਕਾਂ ਦੀ ਮਦਦ ਕੀਤੀ ਹੈ। ਆਪਣੀ ਕਮਾਈ ਦਾ 10ਵਾਂ ਹਿੱਸਾ ਦੀਨ ਦੁਖੀਆਂ ਨੂੰ ਦਿੱਤਾ ਹੈ। ਮੇਰੇ ਆਹ ਵਾਲੇ ਅੱਛੇ ਕਰਮਾਂ ਨੂੰ ਵੇਖ ਕੇ ਧਰਮਰਾਜ ਮੈਨੂੰ ਸਵਰਗ ਦੇ ਵਿੱਚ ਹੀ ਭੇਜਣਗੇ। ਇਹ ਮੈਂ ਗੱਲ ਅੱਛੇ ਤਰੀਕੇ ਜਾਣਦਾ। ਧਨੀ ਵਪਾਰੀ ਦੀ ਗੱਲ ਸੁਣ ਕੇ ਪੰਡਿਤ ਜੀ ਕਹਿਣ ਲੱਗੇ, ਤੁਸੀਂ ਦੋਨੋਂ ਫਿਜ਼ੂਲ ਦੀਆਂ ਗੱਲਾਂ ਕਰ ਰਹੇ ਹੋ। ਸਵਰਗ ਵਿੱਚ ਜਾਣਾ ਕੋਈ ਆਸਾਨ ਗੱਲ ਨਹੀਂ ਹੈ। ਜੇ ਕਿਸੇ ਨੇ ਜਾਣਾ ਹੈ ਤੇ ਦਾਨ ਦੇ ਨਾਲ-ਨਾਲ ਪੂਜਾ ਪਾਠ ਵੀ ਕਰਨਾ ਪੈਂਦਾ ਹੈ। ਇਸ ਲਈ ਸਵਰਗ ਵਿੱਚ ਜਾਣ ਦਾ ਅਸਲੀ ਹੱਕਦਾਰ ਮੈਂ ਹੀ ਹਾਂ, ਕਿਉਂਕਿ ਸਾਰੀ ਜ਼ਿੰਦਗੀ ਮੈਂ ਰੱਬ ਦੀ ਪੂਜਾ ਹੀ ਤਾਂ ਕੀਤੀ ਹੈ। ਮੇਰੀ ਭਗਤੀ ਵੇਖਦੇ ਹੋਏ, ਮੇਰੇ ਪੂਜਾ ਪਾਠ ਵੇਖਦੇ ਹੋਏ ਧਰਮਰਾਜ ਮੈਨੂੰ ਵੀ ਸਵਰਗ ਹੀ ਭੇਜਣਗੇ। ਇਸ ਤਰੀਕੇ ਨਾਲ ਉਹ ਤਿੰਨਾਂ ਨੇ ਆਪਣੀ ਗੱਲ ਰੱਖੀ। ਫਿਰ ਉਹ ਤਿੰਨੋਂ ਮਜ਼ਦੂਰ ਵੱਲ ਵੇਖਦੇ हैं ਕਿ ਆ ਕੀ ਕਹਿੰਦਾ ਹੈ, ਕਿ ਇਸ ਮਜ਼ਦੂਰ ਨੇ ਵੀ ਕੋਈ ਅੱਛਾ ਕੰਮ ਕੀਤਾ ਹੈ ਕਿ ਨਹੀਂ, ਜਾਂ ਫਿਰ ਇਹਦਾ ਸਾਰਾ ਜੀਵਨ ਮਜ਼ਦੂਰੀ ਕਰਦੇ ਹੀ ਲੰਘ ਗਿਆ। ਉਹ ਮਜ਼ਦੂਰ ਉਹ ਤਿੰਨਾਂ ਦੀ ਗੱਲਾਂ ਨੀਚੇ ਸਿਰ ਕਰਕੇ ਸੁਣਦਾ ਰਿਹਾ। ਐਵੇਂ ਲੱਗਦਾ ਸੀ ਕਿ ਉਹ ਤਿੰਨੋਂ ਬਹੁਤ ਹੰਕਾਰੇ ਹੋਏ ਹੈ। ਫਿਰ ਥੋੜੀ ਹੀ ਦੇਰ ਦੇ ਵਿੱਚ ਧਰਮਰਾਜ ਚਿੱਤਰਗੁਪਤ ਨਾਲ ਦਰਬਾਰ ਵਿੱਚ ਹਾਜ਼ਰ ਹੁੰਦੇ हैं। ਚਿੱਤਰਗੁਪਤ ਦੇ ਹੱਥਾਂ ਦੇ ਵਿੱਚ ਇੱਕ ਬਹੁਤ ਮੋਟੀ ਕਿਤਾਬ ਸੀ, ਜਿਹਦੇ ਵਿੱਚ ਇਨਸਾਨ ਦੇ ਸਾਰੇ ਹੀ ਚੰਗੇ ਤੇ ਮਾੜੇ ਕਰਮਾਂ ਦਾ ਹਿਸਾਬ ਲਿਖਿਆ ਹੁੰਦਾ ਹੈ। ਉਸ ਤੋਂ ਬਾਅਦ ਚਿੱਤਰਗੁਪਤ ਰਾਜਾ ਨੂੰ ਆਪਣੇ ਕੋਲ ਬੁਲਾਉਂਦੇ हैं ਕਿ ਤੂੰ ਦੱਸ, ਤੂੰ ਤਾਂ ਧਰਤੀ ਤੇ ਬਹੁਤ ਹੀ ਪ੍ਰਸਿੱਧ ਰਾਜਾ ਸੀ। ਤੂੰ ਆਪਣੇ ਪੂਰੇ ਹੀ ਜੀਵਨ ਦੇ ਵਿੱਚ ਕਿਹੜੇ-ਕਿਹੜੇ ਵਧੀਆ ਕਰਮ ਕੀਤੇ ਹੈ, ਕਿੰਨੇ ਲੋਕਾਂ ਨੂੰ ਦੁੱਖ ਦਿੱਤਾ ਹੈ ਤੇ ਕਿੰਨੇ ਹੀ ਲੋਕਾਂ ਦੀ ਸੇਵਾ ਕੀਤੀ ਹੈ। ਫਿਰ ਮੈਂ ਆਪਣੀ ਕਿਤਾਬ ਦੇ ਵਿੱਚ ਦੇਖਾਂਗਾ ਤੇ ਤੇਰੇ ਅੱਛੇ ਤੇ ਬੁਰੇ ਕਰਮਾਂ ਦਾ ਹਿਸਾਬ ਲਗਾਵਾਂਗਾ ਤੇ ਵੇਖਾਂਗੇ ਕਿ ਤੂੰ ਸਵਰਗ ਵਿੱਚ ਜਾਣ ਦੇ ਲਾਇਕ ਹੈਗਾ ਕਿ ਨਹੀਂ। ਫਿਰ ਰਾਜਾ ਬਹੁਤ ਮਾਣ ਨਾਲ ਬੋਲਦਾ ਹੈ, ਮੈਂ ਇੱਕ ਬਹੁਤ ਵੱਡੇ ਦੇਸ਼ ਦਾ ਰਾਜਾ ਸੀ। ਮੇਰਾ ਰਾਜ ਬਹੁਤ ਹੀ ਖੁਸ਼ਹਾਲ ਸੀ। ਮੇਰੇ ਰਾਜ ਦੇ ਵਿੱਚ ਗਰੀਬ ਲੋਕ ਬਹੁਤ ਘੱਟ ਸਨ। ਸਾਰੇ ਹੀ ਮੇਰੇ ਰਾਜ ਦੇ ਲੋਕ ਮੇਰੇ ਹੁੰਦਿਆਂ ਆਰਾਮ ਨਾਲ ਜੀਵਨ ਬਤੀਤ ਕਰ ਰਹੇ ਸਨ। ਮੇਰੇ ਰਾਜ ਵਿੱਚ ਖੁੱਲ੍ਹੇ ਭੰਡਾਰੇ, ਗਰੀਬ ਲੋਕਾਂ ਨੂੰ ਸੋਨੇ ਦੀਆਂ ਮੋਹਰਾਂ ਤੇ ਜਿਹਦੇ ਸਿਰ ਤੇ ਛੱਤ ਨਹੀਂ ਹੁੰਦੀ ਸੀ ਉਹਨਾਂ ਨੂੰ ਵੀ ਘਰ ਦਾ ਬੰਦੋਬਸਤ ਕਰਕੇ ਦਿੰਦੇ ਸੀ। ਆਹੀ ਸਭ ਮੇਰੇ ਅੱਛੇ ਕਰਮ ਹੈ। ਰਾਜੇ ਦੀ ਆ ਗੱਲ ਸੁਣ ਕੇ ਚਿੱਤਰਗੁਪਤ ਨੇ ਆਪਣੀ ਕਿਤਾਬ ਚੱਕੀ ਤੇ ਉਹਦੇ ਵਿੱਚ ਵੇਖਣ ਲੱਗੇ ਤੇ ਵੇਖ ਕੇ ਉਹਨਾਂ ਨੇ ਰਾਜੇ ਨੂੰ ਦੱਸਿਆ ਕਿ ਤੂੰ ਜੋ ਕੁਝ ਵੀ ਦੱਸ ਰਿਹਾ ਹੈ ਉਹ ਸਭ ਸੱਚ ਹੈ। ਤੂੰ ਆਪਣੇ ਲੋਕਾਂ ਨੂੰ ਬਹੁਤ ਸੁੱਖ ਦਿੱਤਾ ਹੈ, ਪਰ ਇਹਦੇ ਨਾਲ-ਨਾਲ ਤੂੰ ਇੱਕ ਬਹੁਤ ਵੱਡਾ ਪਾਪ ਵੀ ਕੀਤਾ ਹੈ। ਤੂੰ ਹੋਰ ਦੇਸ਼ ਜਿੱਤਣ ਵਾਸਤੇ ਜਿੰਨੀ ਵੀ ਜੰਗਾਂ ਕੀਤੀਆਂ, ਉਹ ਜੰਗਾਂ ਯੁੱਧਾਂ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸੈਨਿਕਾਂ ਨੇ ਆਪਣੀ ਜਾਨ ਗਵਾਈ ਹੈ। ਉਹਨਾਂ ਸਭ ਦੀ ਮੌਤ ਦਾ ਕਾਰਨ ਤੂੰ ਹੀ ਹੈ। ਕਿੰਨਿਆਂ ਦੇ ਤੂੰ ਸੁਹਾਗ ਉਜਾੜ ਦਿੱਤੇ ਤੇ ਕਿੰਨੇ ਹੀ ਬੱਚਿਆਂ ਨੂੰ ਤੂੰ ਅਨਾਥ ਕਰ ਦਿੱਤਾ। ਤੂੰ ਆਪਣੇ ਹੀ ਸੈਨਿਕਾਂ ਦੇ ਲੱਖਾਂ ਪਰਿਵਾਰਾਂ ਨੂੰ ਬਹੁਤ ਦੁੱਖ ਦਿੱਤਾ ਹੈ। ਜੰਗ ਯੁੱਧ ਕਰਕੇ ਆਪਣੇ ਦੇਸ਼ ਦੀ ਸੀਮਾ ਵਧਾਉਣ ਨਾਲੋਂ ਇਹ ਵਧੀਆ ਸੀ ਤੂੰ ਆਪਣੇ ਪੜੋਸੀ ਦੇਸ਼ਾਂ ਨਾਲ ਦੋਸਤੀ ਦਾ ਹੱਥ ਵਧਾ ਕੇ ਵਪਾਰ ਵਧਾਉਂਦਾ। ਤੁਹਾਡਾ ਰਾਜ ਫਿਰ ਵੀ ਖੁਸ਼ਹਾਲ ਹੀ ਰਹਿਣਾ ਸੀ। ਤੂੰ ਆਪਣੀ ਪ੍ਰਜਾ ਤਾਂ ਸੁਖੀ ਰੱਖੀ,
ਪਰ ਆਪਣੇ ਸੈਨਿਕਾਂ ਨੂੰ ਬਹੁਤ ਦੁੱਖ ਦਿੱਤਾ। ਇਸ ਕਰਕੇ ਤੂੰ ਸਵਰਗ ਦਾ ਅਧਿਕਾਰੀ ਨਹੀਂ ਹੈ। ਇੰਨੀ ਗੱਲ ਸੁਣ ਕੇ ਰਾਜਾ ਸਿਰ ਥੱਲੇ ਕਰਕੇ ਪਿੱਛੇ ਹੋ ਗਿਆ। ਫਿਰ ਚਿੱਤਰਗੁਪਤ ਉਹ ਧਨੀ ਵਪਾਰੀ ਨੂੰ ਅੱਗੇ ਬੁਲਾਉਂਦੇ ਆ ਤੇ ਪੁੱਛਦੇ ਆ, ਤੂੰ ਕਿਹੜੇ ਚੰਗੇ ਕਰਮ ਕੀਤੇ ਆ? ਤੇ ਫਿਰ ਵਪਾਰੀ ਬੋਲਦਾ ਹੈ, ਮੈਂ ਧਰਤੀ ਵਿੱਚ ਜਿੰਨਾ ਵੀ ਧਨ ਕਮਾਇਆ ਉਹਦਾ 10ਵਾਂ ਹਿੱਸਾ ਮੈਂ ਦਾਨ ਕੀਤਾ, ਲੰਗਰ ਲਾਏ, ਲੋਕਾਂ ਦੀ ਸੇਵਾ ਕੀਤੀ। ਕਈ ਸ਼ਹਿਰਾਂ ਦੇ ਵਿੱਚ ਮੰਦਿਰਾਂ ਦਾ ਨਿਰਮਾਣ ਕਰਾਇਆ, ਕਿੰਨੀ ਹੀ ਜਗ੍ਹਾ ਤੇ ਖੂਹ ਬਣਵਾਏ, ਧਰਮਸ਼ਾਲਾ ਬਣਵਾਈਆਂ, ਤੀਰਥਾਂ ਤੇ ਕਿੰਨੇ ਦਿਨ ਭੰਡਾਰੇ ਕਰਵਾਏ ਆ। ਆਹੀ ਸਭ ਮੇਰੇ ਜੀਵਨ ਦੇ ਅੱਛੇ ਕਰਮ ਹੈ। ਵਪਾਰੀ ਦੀ ਇਹ ਗੱਲ ਸੁਣਨ ਤੋਂ ਬਾਅਦ ਚਿੱਤਰਗੁਪਤ ਨੇ ਆਪਣੀ ਕਿਤਾਬ ਖੋਲੀ, ਜਿਹਦੇ ਵਿੱਚ ਧਨੀ ਵਪਾਰੀ ਦੇ ਸਾਰੇ ਹੀ ਜੀਵਨ ਦੇ ਅੱਛੇ ਤੇ ਬੁਰੇ ਕਰਮ ਲਿਖੇ ਹੋਏ ਸੀ। ਚਿੱਤਰਗੁਪਤ ਨੇ ਕਿਹਾ, ਜੋ ਕੁਝ ਵੀ ਤੂੰ ਬੋਲ ਰਿਹਾ ਹੈ ਉਹ ਸਭ ਸੱਚ ਹੈ। ਤੂੰ ਧਰਤੀ ਤੇ ਬਹੁਤ ਦਾਨ ਧਰਮ ਕੀਤਾ ਹੈ, ਪਰ ਤੂੰ ਉਹ ਸਾਰਾ ਦਾਨ ਧਰਮ ਉਹ ਪੈਸੇ ਨਾਲ ਕੀਤਾ ਹੈ ਜਿਹੜੇ ਪੈਸੇ ਨੂੰ ਕਮਾਉਣ ਵਾਸਤੇ ਤੂੰ ਬਹੁਤ ਝੂਠ ਬੋਲਿਆ, ਪਾਪ ਕੀਤਾ, ਠੱਗੀਆਂ ਕੀਤੀਆਂ, ਨਕਲੀ ਚੀਜ਼ਾਂ ਨੂੰ ਅਸਲੀ ਕਹਿ ਕੇ ਵੇਚਿਆ, ਕਿੰਨੀਆਂ ਹੀ ਚੀਜ਼ਾਂ ਨੂੰ ਮਿਲਾਵਟ ਕਰ ਵੇਚਿਆ। ਇਹਦੇ ਨਾਲ ਕਿੰਨੇ ਹੀ ਲੋਕੀ ਬਿਮਾਰ ਪਏ, ਕਿੰਨੇ ਹੀ ਲੋਕੀ ਮਰ ਗਏ, ਕਿੰਨੇ ਹੀ ਲੋਕਾਂ ਨੇ ਖੁਦਕੁਸ਼ੀਆਂ ਕਰ ਲਈਆਂ, ਕਿੰਨੇ ਹੀ ਲੋਕਾਂ ਨੂੰ ਉਹਨਾਂ ਦੀ ਮਿਹਨਤ ਦਾ ਪੈਸਾ ਨਹੀਂ ਮਿਲਿਆ। ਉਹ ਸਾਰੇ ਹੀ ਲੋਕਾਂ ਦੀ ਹਾਏ ਤੈਨੂੰ ਲੱਗੇਗੀ, ਉਹਨਾਂ ਦੀ ਬਦਦੁਆ ਤੈਨੂੰ ਲੱਗੇਗੀ, ਇਸ ਲਈ ਤੂੰ ਸਵਰਗ ਵਿੱਚ ਨਹੀਂ ਜਾ ਸਕਦਾ। ਚਿੱਤਰਗੁਪਤ ਦੀ ਆਹ ਗੱਲ ਸੁਣ ਕੇ ਉਹ ਧਨੀ ਵਪਾਰੀ ਵੀ ਉਦਾਸ ਹੋ ਗਿਆ ਤੇ ਪਿੱਛੇ ਜਾ ਕੇ ਖੜਾ ਹੋ ਗਿਆ। ਉਸ ਤੋਂ ਬਾਅਦ ਚਿੱਤਰਗੁਪਤ ਨੇ ਪੰਡਿਤ ਨੂੰ ਅੱਗੇ ਬੁਲਾਇਆ ਤੇ ਪੰਡਿਤ ਨੂੰ ਪੁੱਛਿਆ ਕਿ ਤੂੰ ਜੀਵਨ ਵਿੱਚ ਕਿਹੜੇ ਅੱਛੇ ਕਰਮ ਕੀਤੇ ਹੈ। ਉਹ ਪੰਡਿਤ ਫਿਰ ਕਹਿੰਦਾ ਹੈ, ਮੈਂ ਲੱਖਾਂ ਹੀ ਲੋਕਾਂ ਨੂੰ ਗਿਆਨ ਦਿੱਤਾ ਹੈ, ਲੱਖਾਂ ਹੀ ਲੋਕਾਂ ਦੇ ਘਰ ਪੂਜਾ ਪਾਠ ਕਰਾਇਆ ਹੈ, ਦਿਨ ਰਾਤ 365 ਦਿਨ ਮੈਂ ਈਸ਼ਵਰ ਦਾ ਜਪ ਤਪ ਕੀਤਾ ਹੈ, ਲੱਖਾਂ ਜੋੜਿਆਂ ਦੇ ਵਿਆਹ ਕਰਾਏ ਹੈ, ਹਜ਼ਾਰਾਂ ਲੋਕਾਂ ਨੂੰ ਧਰਮ ਦੇ ਰਾਹ ਪਾਇਆ ਹੈ। ਇਸ ਤੋਂ ਜ਼ਿਆਦਾ ਅੱਛੇ ਕਰਮ ਕੀ ਹੋ ਸਕਦੇ ਹੈ? ਫਿਰ ਚਿੱਤਰਗੁਪਤ ਆਪਣੀ ਕਿਤਾਬ ਵਿੱਚ ਦੇਖ ਕੇ ਦੱਸਦੇ हैं, ਪੰਡਿਤ ਜੀ ਤੁਸੀਂ ਜੋ ਵੀ ਬੋਲ ਰਹੇ ਹੋ ਉਹ ਸਭ ਸੱਚ ਹੈ। ਤੁਸੀਂ ਬਹੁਤ ਪੂਜਾ ਭਗਤੀ ਕੀਤੀ ਹੈ, ਕਿੰਨੀਆਂ ਹੀ ਕੁੜੀਆਂ ਦੇ ਵਿਆਹ ਕਰਾਏ ਹੈ, ਕਿੰਨੇ ਹੀ ਲੋਕਾਂ ਨੂੰ ਧਰਮ ਦੇ ਰਾਹ ਪਾਇਆ ਤੇ ਕਿੰਨੇ ਹੀ ਲੋਕਾਂ ਨੂੰ ਗਿਆਨ ਦਿੱਤਾ ਹੈ। ਪਰ ਜੋ ਵੀ ਲੋਕਾਂ ਨੂੰ ਤੁਸੀਂ ਗਿਆਨ ਦਿੰਦੇ ਰਹੇ ਹੋ ਉਹ ਗਿਆਨ ਤੇ ਕਦੇ ਵੀ ਆਪ ਅਮਲ ਨਹੀਂ ਕੀਤਾ। ਤੁਸੀਂ ਜਿੰਨੀਆਂ ਵੀ ਪੂਜਾ ਜਾਂ ਯੱਗ ਕਰਾਏ ਹੈ ਉਹ ਇੱਕ ਅੱਛੇ ਭਾਵ ਤੋਂ ਨਹੀਂ ਬਲਕਿ ਜ਼ਿਆਦਾ ਪੈਸਾ ਕਮਾਉਣ ਲਈ ਕਰਾਏ ਹੈ। ਤੁਸੀਂ ਉਹਨਾਂ ਨੂੰ ਝੂਠ ਬੋਲ ਕੇ ਉਪਾਅ ਕਰਨ ਲਈ ਕਹਿੰਦੇ ਤੇ ਜ਼ਿਆਦਾ ਪੈਸੇ ਠੱਗਦੇ। ਤੁਸੀਂ ਹਮੇਸ਼ਾ ਤੋਂ ਹੀ ਧਨ ਦੇ ਲਾਲਚੀ ਰਹੇ ਹੋ, ਇਸ ਲਈ ਤੁਸੀਂ ਸਵਰਗ ਦੇ ਜਾਣ ਦੇ ਕਾਬਿਲ ਨਹੀਂ ਹੋ। ਉਦਾਸ ਹੋ ਕੇ ਉਹ ਪੰਡਿਤ ਵੀ ਹੁਣ ਪਿੱਛੇ ਹੋ ਗਿਆ ਤੇ ਹੁਣ ਸਿਰਫ ਉਹ ਮਜ਼ਦੂਰ ਬਚ ਗਿਆ। ਉਹ ਮਜ਼ਦੂਰ ਉਹ ਤਿੰਨਾਂ ਨੂੰ ਬਹੁਤ ਮਹਾਨ ਸਮਝ ਰਿਹਾ ਸੀ, ਪਰ ਉਹਨਾਂ ਦੇ ਵਿੱਚੋਂ ਕੋਈ ਵੀ ਸਵਰਗ ਦਾ ਅਧਿਕਾਰੀ ਨਹੀਂ ਬਣਿਆ। ਜੇ ਉਹ ਸਵਰਗ ਨਹੀਂ ਜਾ ਸਕੇ ਫਿਰ ਮੈਂ ਤਾਂ ਬਿਲਕੁਲ ਵੀ ਨਹੀਂ ਜਾ ਸਕਦਾ। ਮੈਨੂੰ ਤਾਂ ਸਵਰਗ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਮੈਂ ਤਾਂ ਕਦੇ ਵੀ ਕੋਈ ਪੂਜਾ ਪਾਠ ਨਹੀਂ ਕੀਤਾ, ਕੋਈ ਦਾਨ ਨਹੀਂ ਦਿੱਤਾ। ਮੈਂ ਤਾਂ ਸਾਰੀ ਹੀ ਜ਼ਿੰਦਗੀ ਕਿਸੇ ਥੱਲੇ ਕੰਮ ਕਰਕੇ, ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਰਿਹਾ। ਇੰਨੇ ਵਿੱਚ ਹੀ ਚਿੱਤਰਗੁਪਤ ਨੇ ਉਹਨੂੰ ਬੁਲਾ ਲਿਆ ਤੇ ਉਹਨੂੰ ਪੁੱਛਣ ਹੀ ਲੱਗਾ। ਇੰਨੇ ਵਿੱਚ ਹੀ ਮਜ਼ਦੂਰ ਬੋਲ ਪਿਆ ਕਿ ਹੇ ਭਗਵਾਨ, ਮੈਂ ਬਹੁਤ ਹੀ ਗਰੀਬ ਘਰ ਦੇ ਵਿੱਚ ਜਨਮ ਲਿੱਤਾ ਹੈ। ਪੂਜਾ ਪਾਠ ਕਰਨ ਦੇ, ਦਾਨ ਕਰਨ ਦੇ ਮੈਂ ਬਿਲਕੁਲ ਵੀ ਲਾਇਕ ਨਹੀਂ ਸੀ ਤੇ ਮੈਂ ਫਿਰ ਸ਼ੁਭ ਕਰਮ ਕਿੱਥੋਂ ਕਰਦਾ। ਮੈਂ ਤਾਂ ਸਾਰੀ ਹੀ ਜ਼ਿੰਦਗੀ ਕਿਸੇ ਥੱਲੇ ਕੰਮ ਕਰਕੇ ਥੋੜੇ ਪੈਸੇ ਕਮਾ ਕੇ ਆਪਣੇ ਘਰਦਿਆਂ ਦਾ ਪੇਟ ਪਾਲਦਾ ਰਿਹਾ। ਮੈਂ ਤਾਂ ਸਾਰੀ ਹੀ ਜ਼ਿੰਦਗੀ ਧਰਤੀ ਤੇ ਵੀ ਨਰਕ ਭੋਗਿਆ। ਮੈਂ ਜਾਣਦਾ ਕਿ ਮੈਂ ਸਵਰਗ ਵਿੱਚ ਜਾਣ ਦਾ ਅਧਿਕਾਰੀ ਨਹੀਂ ਹਾਂ। ਸਾਰਾ ਦਿਨ ਮਜ਼ਦੂਰੀ ਕਰਨ ਤੋਂ ਬਾਅਦ ਲੋਕਾਂ ਦੀ ਸੇਵਾ ਲਈ ਮੇਰੇ ਕੋਲ ਟਾਈਮ ਨਹੀਂ ਬਚਦਾ ਸੀ। ਜੋ ਵੀ ਮਾੜਾ ਮੋਟਾ ਟਾਈਮ ਬਚਦਾ ਸੀ ਮੈਂ ਉਹਦੇ ਵਿੱਚ ਆਪਣੇ ਬਜ਼ੁਰਗ ਮਾਂ-ਪਿਓ ਦੀ ਸੇਵਾ ਕਰਦਾ। ਮੈਨੂੰ ਤਾਂ ਕਿਸੇ ਧਾਰਮਿਕ ਜਗ੍ਹਾ ਤੇ ਜਾਣ ਦਾ ਵੀ ਮੌਕਾ ਨਹੀਂ ਮਿਲਦਾ ਸੀ। ਚਿੱਤਰਗੁਪਤ ਫਿਰ ਉਹਨੂੰ ਪੁੱਛਦੇ ਹੈ ਕਿ ਤੂੰ ਕੁਝ ਸੋਚ ਕੇ ਇਹ ਤਾਂ ਦੱਸ, ਤੂੰ ਕਦੇ ਤਾਂ ਕੋਈ ਅੱਛਾ ਕੰਮ ਕੀਤਾ ਹੋਣਾ। ਤਦ ਫਿਰ ਉਹ ਮਜ਼ਦੂਰ ਸੋਚਦਾ ਹੈ। ਫਿਰ ਉਹਨੂੰ ਇੱਕ ਗੱਲ ਯਾਦ ਆਉਂਦੀ ਹੈ। ਇੱਕ ਦਿਨ ਉਹਨੂੰ ਬਹੁਤ ਤੇਜ਼ ਭੁੱਖ ਲੱਗੀ ਸੀ। ਉਹ ਰੋਟੀ ਖਾਣ ਬੈਠਿਆ ਹੀ ਸੀ ਕਿ ਇੰਨੇ ਵਿੱਚ ਉਹਦੇ ਕੋਲ ਇੱਕ ਕਮਜ਼ੋਰ ਤੇ ਬਿਮਾਰ ਕੁੱਤਾ ਉਹਦੇ ਕੋਲ ਆ ਗਿਆ। ਉਹ ਆ ਕੇ ਬਿਲਕੁਲ ਸਾਹਮਣੇ ਬੈਠ ਗਿਆ ਤੇ ਮੇਰੀ ਰੋਟੀ ਵੱਲ ਵੇਖਣ ਲੱਗ ਪਿਆ। ਉਹਨੂੰ ਵੇਖ ਕੇ ਮੈਂ ਸਮਝ ਗਿਆ ਕਿ ਆਹ ਕੁੱਤਾ ਬਹੁਤ ਹੀ ਦਿਨਾਂ ਤੋਂ ਭੁੱਖਾ ਹੈ। ਉਹਦੀ ਭੁੱਖ ਦੇਖ ਕੇ ਮੇਰੇ ਤੋਂ ਰਿਹਾ ਨਾ ਗਿਆ। ਉਹ ਰੋਟੀ ਮੈਂ ਆਪ ਨਾ ਖਾ ਕੇ ਉਹ ਕੁੱਤੇ ਨੂੰ ਦੇ ਦਿੱਤੀ। ਉਹ ਗਰੀਬ ਮਜ਼ਦੂਰ ਦੀ ਆਹ ਗੱਲ ਸੁਣ ਕੇ ਚਿੱਤਰਗੁਪਤ ਹੱਸ ਪਏ ਤੇ ਉਹਦਾ ਹੱਥ ਫੜ ਕੇ ਸਵਰਗ ਵੱਲ ਲੈ ਗਏ ਤੇ ਕਹਿੰਦੇ ਹੈ, ਸਵਰਗ ਵਿੱਚ ਰਹਿੰਦੇ ਅਸਲੀ ਹੱਕਦਾਰ ਤੁਸੀਂ ਹੀ ਹੋ। ਇਨਸਾਨ ਜਿਹੜਾ ਵੀ ਕੰਮ ਨਿਸਵਾਰਥ ਭਾਵ ਨਾਲ ਕਰਦਾ ਹੈ, ਅਸਲ ਦੇ ਵਿੱਚ ਉਹਦਾ ਹੀ ਉਹਨੂੰ ਸਭ ਤੋਂ ਵੱਡਾ ਪੁੰਨ ਮਿਲਦਾ ਹੈ। ਨਿਸਵਾਰਥ ਭਾਵ ਨਾਲ ਛੋਟਾ ਜਿਹਾ ਕੰਮ ਕੀਤਾ ਹੋਇਆ ਵੀ ਤੁਹਾਡੇ ਸੈਂਕੜੇ ਪਾਪਾਂ ਨੂੰ ਨਸ਼ਟ ਕਰ ਦਿੰਦਾ ਹੈ। ਇਸ ਲਈ ਹਮੇਸ਼ਾ ਧਿਆਨ ਰੱਖੋ ਕਿ ਜੀਵਨ ਦੇ ਵਿੱਚ ਅੱਛੇ ਕਰਮ ਅੱਛੀ ਭਾਵਨਾ ਦੇ ਨਾਲ ਕਰਨੇ ਚਾਹੀਦੇ ਹੈ। ਜੋ ਕੰਮ ਅਸੀਂ ਕਰਦੇ ਹਾਂ ਉਹ ਸਾਡੇ ਜੀਵਨ ਦੀ ਪਛਾਣ ਬਣਦੇ ਹੈ, ਪਰ ਇਹ ਗੱਲ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਉਹ ਕੰਮ ਕਿਸ ਭਾਵਨਾ ਦੇ ਨਾਲ ਕਰਦੇ ਹਾਂ। ਕੇਵਲ ਚੰਗਾ ਕੰਮ ਕਰਨਾ ਹੀ ਕਾਫੀ ਨਹੀਂ ਹੁੰਦਾ, ਬਲਕਿ ਉਸ ਦੇ ਪਿੱਛੇ ਚੰਗੀ ਭਾਵਨਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇ ਕੋਈ ਵਿਅਕਤੀ ਕਿਸੇ ਲੋੜਵੰਦ ਦੀ ਮਦਦ ਕਰਦਾ ਹੈ
ਪਰ ਉਸਦੇ ਮਨ ਵਿੱਚ ਕੋਈ ਲੁਕਿਆ ਹੋਇਆ ਸਵਾਰਥ ਜਾਂ ਦਿਖਾਵਾ ਹੈ ਤਾਂ ਉਸਦੇ ਕੰਮ ਦਾ ਅਸਲ ਮੂਲ ਨਹੀਂ ਰਹਿੰਦਾ। ਇਸ ਦੇ ਉਲਟ ਜਦੋਂ ਕੋਈ ਇਨਸਾਨ ਨਿਸਵਾਰਥ ਭਾਵਨਾ ਨਾਲ ਕਿਸੇ ਦੀ ਸੇਵਾ ਕਰਦਾ ਹੈ ਤਾਂ ਉਸਦਾ ਕੰਮ ਸੱਚੀ ਮਹਾਨ ਹੋ ਜਾਂਦਾ ਹੈ। ਚੰਗੀ ਭਾਵਨਾ ਨਾਲ ਕੀਤਾ ਗਿਆ ਕੰਮ ਸਿਰਫ ਦੂਜਿਆਂ ਦਾ ਭਲਾ ਨਹੀਂ ਕਰਦਾ, ਸਗੋਂ ਸਾਨੂੰ ਆਤਮਿਕ ਸੰਤੁਸ਼ਟੀ ਵੀ ਦਿੰਦਾ ਹੈ। ਜਦੋਂ ਅਸੀਂ ਸੱਚੀ ਨੀਅਤ ਨਾਲ ਕੋਈ ਵੀ ਕੰਮ ਕਰਦੇ ਹਾਂ ਤਾਂ ਸਾਡਾ ਮਨ ਸ਼ਾਂਤ ਅਤੇ ਖੁਸ਼ ਰਹਿੰਦਾ ਹੈ। ਇਹ ਸਾਨੂੰ ਅੰਦਰੂਨੀ ਸ਼ਾਂਤੀ ਤੇ ਸਕੂਨ ਦਿੰਦਾ ਹੈ ਜੋ ਕਿ ਦੁਨੀਆ ਦੇ ਕਿਸੇ ਵੀ ਧਨ ਦੌਲਤ ਨਾਲ ਖਰੀਦਿਆ ਨਹੀਂ ਜਾ ਸਕਦਾ। ਅਜਿਹੇ ਕੰਮ ਨਾਲ ਸਾਡਾ ਚਰਿੱਤਰ ਵੀ ਨਿਖਰਦਾ ਹੈ। ਦਿਖਾਵੇ ਲਈ ਕੀਤੇ ਗਏ ਕੰਮ ਅਕਸਰ ਅਸਥਾਈ ਖੁਸ਼ੀ ਦਿੰਦੇ ਹਨ, ਪਰ ਉਹਨਾਂ ਵਿੱਚ ਸੱਚੀ ਭਾਵਨਾ ਦੀ ਘਾਟ ਕਾਰਨ ਉਹ ਜਲਦੀ ਹੀ ਫਿੱਕੇ ਪੈ ਜਾਂਦੇ ਹਨ। ਮਨੁੱਖੀ ਜੀਵਨ ਇੱਕ ਸੰਘਰਸ਼ ਤੇ ਵਿਕਾਸ ਦੀ ਯਾਤਰਾ ਹੈ ਜਿੱਥੇ ਹਰ ਕਦਮ ਉੱਤੇ ਫੈਸਲੇ ਲੈਣੇ ਪੈਂਦੇ ਹਨ। ਇਹਨਾਂ ਫੈਸਲਿਆਂ ਵਿੱਚ ਸਭ ਤੋਂ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਕਰਮ ਕਿਵੇਂ ਕਰੀਏ। ਚੰਗੇ ਕੰਮ ਕਰਨ ਦਾ ਵਿਚਾਰ ਤਾਂ ਸਾਰੇ ਹੀ ਪ੍ਰਵਾਨ ਕਰਦੇ ਹਨ, ਪਰ ਇਸ ਦੇ ਨਾਲ ਇੱਕ ਹੋਰ ਡੂੰਘੀ ਗੱਲ ਜੁੜੀ ਹੋਈ ਹੈ, ਉਹ ਹੈ ਚੰਗੀ ਭਾਵਨਾ ਦਾ। ਜੀਵਨ ਵਿੱਚ ਚੰਗੇ ਕੰਮ ਚੰਗੀ ਭਾਵਨਾ ਦੇ ਨਾਲ ਕੀਤੇ ਜਾਣੇ ਚਾਹੀਦੇ ਹਨ। ਇਹ ਸਾਨੂੰ ਸਿਖਾਉਂਦਾ ਹੈ ਕਿ ਕਿਸੇ ਵੀ ਕੰਮ ਦਾ ਅਸਲ ਮੂਲ ਉਸਦੇ ਬਾਹਰੀ ਰੂਪ ਵਿੱਚ ਨਹੀਂ ਹੁੰਦਾ, ਬਲਕਿ ਉਸਦੇ ਪਿੱਛੇ ਛੁਪੀ ਹੋਈ ਨੀਅਤ ਵਿੱਚ ਹੁੰਦਾ ਹੈ। ਮਨੁੱਖੀ ਜੀਵਨ ਦੇ ਵਿੱਚ ਕਰਮ ਅਤੇ ਭਾਵਨਾ ਦਾ ਰਿਸ਼ਤਾ ਬਹੁਤ ਡੂੰਘਾ ਹੈ। ਜਦੋਂ ਸਾਡੇ ਕਰਮਾਂ ਪਿੱਛੇ ਚੰਗੀ ਭਾਵਨਾ ਹੁੰਦੀ ਹੈ ਤਾਂ ਉਹਨਾਂ ਦਾ ਫਲ ਵੀ ਸਕਾਰਾਤਮਕ ਹੁੰਦਾ ਹੈ। ਇੱਕੋ ਜਿਹੇ ਦੋ ਕੰਮ ਵੱਖ-ਵੱਖ ਭਾਵਨਾਵਾਂ ਨਾਲ ਕੀਤੇ ਜਾਣ ਤੇ ਬਿਲਕੁਲ ਵੱਖਰੇ ਨਤੀਜੇ ਦੇ ਸਕਦੇ ਹਨ। ਜਿਵੇਂ ਇੱਕ ਵਿਅਕਤੀ ਕਿਸੇ ਲੋੜਵੰਦ ਨੂੰ ਪੈਸੇ ਦਿੰਦਾ ਹੈ ਕਿਉਂਕਿ ਉਹ ਉਸ ਦੀ ਮਦਦ ਕਰਨਾ ਚਾਹੁੰਦਾ ਹੈ, ਇਹ ਨਿਰਸਵਾਰਥ ਸੇਵਾ ਹੈ। ਦੂਜਾ ਵਿਅਕਤੀ ਵੀ ਕਿਸੇ ਲੋੜਵੰਦ ਨੂੰ ਪੈਸੇ ਦਿੰਦਾ ਹੈ, ਉਹ ਅੰਦਰੋਂ ਇਹ ਸੋਚਦਾ ਹੈ ਕਿ ਲੋਕ ਉਹਨੂੰ ਬਹੁਤ ਅੱਛਾ ਸਮਝਣਗੇ, ਲੋਕਾਂ ਵਿੱਚ ਉਹਦੀ ਵਾਹ-ਵਾਹੀ ਹੋਏਗੀ, ਜੋ ਕਿ ਆਹ ਗੱਲ ਬਿਲਕੁਲ ਗਲਤ ਹੈ। ਭਾਵੇਂ ਦੋਨੋਂ ਕੰਮ ਬਾਹਰੋਂ ਇੱਕੋ ਜਿਹੇ ਦਿਖਾਈ ਦੇਣ, ਪਰ ਪਹਿਲਾ ਕੰਮ ਅਸਲ ਨੇਕੀ ਹੈ ਤੇ ਦੂਜਾ ਸਿਰਫ ਦਿਖਾਵਾ। ਚੰਗੀ ਭਾਵਨਾ ਨਾਲ ਕੀਤੇ ਗਏ ਕੰਮ ਸਮਾਜ ਅਤੇ ਰਿਸ਼ਤਿਆਂ ਵਿੱਚ ਡੂੰਘਾ ਪ੍ਰਭਾਵ ਪਾਉਂਦਾ ਹੈ। ਜਦੋਂ ਅਸੀਂ ਕੋਈ ਕੰਮ ਨੂੰ ਪੂਰੀ ਸ਼ਿੱਦਤ ਅਤੇ ਚੰਗੀ ਭਾਵਨਾ ਨਾਲ ਕਰਦੇ ਹਾਂ ਤੇ ਸਾਨੂੰ ਬਾਹਰੀ ਪ੍ਰੇਰਨਾ ਦੀ ਜ਼ਿਆਦਾ ਲੋੜ ਨਹੀਂ ਪੈਂਦੀ। ਸੱਚੀ ਭਾਵਨਾ ਸਾਡੀ ਸਭ ਤੋਂ ਵੱਡੀ ਪ੍ਰੇਰਨਾ ਬਣ ਜਾਂਦੀ ਹੈ। ਅਜਿਹੇ ਕੰਮਾਂ ਵਿੱਚ ਸਾਨੂੰ ਸਫਲਤਾ ਮਿਲਦੀ ਹੈ ਅਤੇ ਅਸੀਂ ਹੋਰ ਵਧੀਆ ਕਰਨ ਨੂੰ ਉਤਸ਼ਾਹਿਤ ਹੁੰਦੇ ਹਾਂ। ਦੂਜੇ ਪਾਸੇ ਜੇਕਰ ਸਾਡੀ ਭਾਵਨਾ ਸਹੀ ਨਾ ਹੋਵੇ ਤਾਂ ਸਫਲਤਾ ਮਿਲਣ ਦੇ ਬਾਵਜੂਦ ਵੀ ਅਸੀਂ ਖੁਸ਼ ਨਹੀਂ ਰਹਿੰਦੇ। ਅੰਤ ਵਿੱਚ ਇਹ ਕਹਿਣਾ ਬਿਲਕੁਲ ਸਹੀ ਹੋਵੇਗਾ ਕਿ ਜੀਵਨ ਵਿੱਚ ਚੰਗੇ ਕੰਮ ਚੰਗੀ ਭਾਵਨਾ ਨਾਲ ਕੀਤੇ ਜਾਣੇ ਚਾਹੀਦੇ ਹਨ। ਕਰਮ ਕਰਨ ਦੇ ਨਾਲ-ਨਾਲ ਉਸ ਦੀ ਭਾਵਨਾ ਨੂੰ ਸ਼ੁੱਧ ਰੱਖਣਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਸ ਨਾਲ ਨਾ ਸਿਰਫ ਸਾਡਾ ਆਪਣਾ ਜੀਵਨ ਸੁਖੀ ਅਤੇ ਸੰਤੁਸ਼ਟ ਹੁੰਦਾ ਹੈ, ਬਲਕਿ ਅਸੀਂ ਸਮਾਜ ਵਿੱਚ ਇੱਕ ਸਕਾਰਾਤਮਕ ਯੋਗਦਾਨ ਪਾਉਂਦੇ ਹਾਂ। ਜੇ ਅਸੀਂ ਇਸ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਅਪਣਾ ਲਈਏ ਤਾਂ ਸਾਡਾ ਜੀਵਨ ਸਹੀ ਅਰਥਾਂ ਵਿੱਚ ਸਫਲ ਹੋ ਜਾਂਦਾ ਹੈ। ਸੱਚੀ ਭਾਵਨਾ ਇੱਕ ਅਜਿਹਾ ਚਾਨਣ ਹੈ ਜੋ ਸਾਡੇ ਕਰਮਾਂ ਨੂੰ ਰੋਸ਼ਨ ਕਰਦਾ ਹੈ ਅਤੇ ਸਾਨੂੰ ਜੀਵਨ ਦੇ ਅਸਲ ਮਾਰਗ ਤੇ ਲੈ ਜਾਂਦਾ ਹੈ। ਇਸ ਲਈ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਉਹਨੂੰ ਕਿਸ ਨੀਅਤ ਨਾਲ ਕਰ ਰਹੇ ਹਾਂ।